चौथे पातशाह सेवा बरकतां दी है खान भाई सेवा जन्म सवार दी बंदिया सेवा जन्म सवार दी बंदिया सेवा करन वाले पाउंदे मान भाई सेवा करन वाले पाउंदे मान भाई धर वर्गा ना कोई होया ना कोई होना गुरु कलगीधर वर्गा ना कोई होया ना कोई होना जन्म लिया माता गुजरी दासी जाया पारी करी तपस्या सी आके भगत रत नू लाया पारी करी तपस्या सी आके भगत रत नू लाया धर्म बचावन लई हो जिन्नू धर्म बचावन लई पिया पिता दा सीस कटाउणा गुरु कलगीधर वर्गा ना कोई होया ना कोई होना गुरु कलगीधर वर्गा ना कोई होया ना कोई होना खालसा पंथ सजाया खंडे दी पहुल दिती सानू गिदरों शेर बनाया खंडे दी पहुल दिती सानू गिदरों शेर बनाया जातां विच वंडे सां अपने भाग सजाउणा गुरु कलगीधर वर्गा ना कोई होया ना कोई
ਕੋਈ ਹੋਣਾ ਗੁਰੂ ਕਲਗੀਧਰ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਵੱਧਦੇ ਜ਼ੁਲਮ ਨੂੰ ਰੋਕਣ ਲਈ ਵੱਧਦੇ ਜ਼ੁਲਮ ਨੂੰ ਰੋਕਣ ਲਈ ਗੁਰਾਂ ਧਰਮ ਲਈ ਤੇਗ ਉਠਾਈ ਕੋਈ ਕਿੱਦਾਂ ਯਾਦ ਕਰੇ ਉਥੇ ਹੁੰਦੇ ਆ ਤੇਗ ਉਠਾਈ ਕੋਈ ਜਿੱਦਾਂ ਯਾਦ ਕਰੇ ਉਥੇ ਹੁੰਦੇ ਆਪ ਸਹਾਈ ਕੋਈ ਜਿੱਦਾਂ ਯਾਦ ਕਰੇ ਉਥੇ ਹੁੰਦੇ ਆਪ ਸਹਾਈ ਉਹ ਮਹੰਤ ਤਪਸਵੀ ਸੀ ਉਹ ਮਹਤ ਤਪਸਵੀ ਸੀ ਉਹਨਾਂ ਨੂੰ ਪਿਆ ਖੰਡਾ ਖੜਕਾਉਣਾ ਗੁਰੂ ਕਲਗੀਧਰ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਗੁਰੂ ਕਲਗੀਧਰ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਜਿਸ ਕੌਮ ਦਾ ਪਿਤਾ ਸ਼ਹੀਦ ਹੋਵੇ ਤੇ ਸ਼ਹੀਦ ਹੀ ਅਗੋਂ ਫਰਜ਼ੰਦ ਹੋਵੇ ਸੇਜਾ ਛੱਡ ਕੇ ਸਥਰ ਸੇਜਾ ਛੱਡ ਕੇ ਸਥਰ ਵਛਾਏ ਜਿਹੜਾ ਤੇ ਸੂਲਾਂ ਉੱਤੇ ਵੀ ਜਿਹਨੂੰ ਆਨੰਦ ਹੋਵੇ ਉਹਦੀ ਕੌਮ ਮੁਕਾਏਗੀ ਪੈਣਿਆਂ ਨੂੰ ਭਾਵੇਂ ਬਿਖੜਾ ਨੂਰ ਜੀ ਬੰਦ ਹੋਵੇ ਭਾਵੇਂ ਬਿਖੜਾ ਨੂਰ ਜੀ ਬੰਦ ਹੋਵੇ ਲਈ ਪੁੱਤ ਸ਼ਹੀਦ ਕਰਵਾਏ ਬੜੀ ਵਾਰ ਕੇ ਤੇ ਫਿਰ ਵੀ ਰੱਬ ਦਾ ਸ਼ੁਕਰ ਮਨਾਵੇ ਬੜੀ ਵਾਰ ਕੇ ਤੇ ਫਿਰ ਵੀ ਰੱਬ ਦਾ ਸ਼ੁਕਰ ਮਨਾਵੇ ਚੌਧਰਪੁਰੀਏ ਨੇ
ਚੌਧਰਪੁਰੀਏ ਨੇ ਸੰਗਤ ਵਿੱਚ ਬਾਰ-ਬਾਰ ਹੈ ਗਾਉਣਾ ਗੁਰੂ ਕਲਗੀਧਰ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਗੁਰੂ ਕਲਗੀਧਰ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਗੁਰੂ ਕਲਗੀਧਰ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਿਫਤ ਨਾਲ ਲਿਖੀ ਜਾਵੇ। ਸੱਤ ਸਾਗਰਾਂ ਦੀ ਭਾਵੇਂ ਸ਼ਾਹੀ ਹੋਵੇ, ਅਰਸ਼ ਫਰਸ਼ ਬਣ ਜਾਣ ਕਾਗਜ਼, ਉਹਨਾਂ ਉੱਤੇ ਨਾ ਪੂਰੀ ਲਿਖਾਈ ਹੋਵੇ। ਮਾਤ ਲੋਕ ਤੇ ਹੈ ਦਰਖਤ ਜਿੰਨੇ, ਭਾਵੇਂ ਸਭਨਾਂ ਦੀ ਕਲਮ ਬਣਾਈ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਨਾ ਸਿਫਤ ਮੁੱਕੇ ਜਿਹਦੀ ਵਾਹਿਗੁਰੂ ਨੇ ਆਪ ਕਰਾਈ ਹੋਵੇ। ਉਹਦੇ ਚੋਜ ਲਿਖਣੇ ਤੇ ਪੈਨ ਚਾਹੀਦਾ ਪਿਆਰ ਵਾਲਾ, ਉੱਥੇ ਨਹੀਂ ਕੰਮ ਦੂਜਾ ਪਰੇ ਤੇ ਸ਼ਾਹੀ ਦਾ। ਦੱਸਾਂ ਕੀ ਹਵਾਲੇ ਉਹਦੇ ਕੌਤਕ ਨਰਾਲਿਆਂ ਦੇ, ਸੱਜੇ ਹੱਥ ਤੇਗ ਲੈ ਕੇ ਕਹੇ ਸੀਸ ਚਾਹੀਦਾ। ਉਹਨੇ ਝੀਰਾਂ ਜੱਟਾਂ ਸਿੰਬਿਆਂ ਨੂੰ ਖੰਡੇ ਵਾਲੀ ਪਹੁਲ ਦੇ ਕੇ ਬੰਦ ਕੀਤਾ ਰੌਲਾ ਊਚ ਨੀਚ ਦੀ ਮਨਾਹੀ ਦਾ। ਉਹਦੇ ਖੰਡੇ ਵਾਲੀ ਦਾਤਰੀ ਨੇ ਜੜਾਂ ਤਾਂ ਹੀ ਵੱਢ ਦਿੱਤਾ, ਛੱਡਿਆ ਨਾ ਬੂਟਾ ਜੂਤ ਸ਼ਾਹ ਦੀ ਫਲਾਹੀ ਦਾ। ਉਹ ਕਿਤੇ ਸੋਹੇ ਨੀਲਾ, ਕਿਤੇ ਸੋਹੇ ਪ੍ਰਸ਼ਾਦੀ ਹਾਥੀ, ਕਿਤੇ ਸੋਹੇ ਬਾਜ, ਕਿਤੇ ਠਾਠ ਸ਼ਹਿਨ ਸ਼ਾਹੀ ਦਾ। ਉਹ ਕਿਤੇ ਉਹ ਦੀਵਾਨਾਂ ਵਿੱਚ ਕਵੀਆਂ ਦੇ ਮਾਣ ਤੋੜੇ, ਇੱਕੋ ਹੀ ਸਣਾ ਕੇ ਛੰਦ ਧੰਨਾ ਸਿੰਘ ਘਾਹੀ ਦਾ। ਕਿਤੇ ਸਾਨੂੰ ਦਿਸਦਾ ਉਹ ਖੜਾ ਹੁਸ਼ਿਆਰਪੁਰ, ਬੱਧਾ ਚੀਰਾ ਲਾਲ ਸਾਂਗ ਧਾਰਿਆ ਸੀ ਰਾਹੀ ਦਾ। ਉਹ ਕਿਤੇ ਮਾਸ਼ੀਵਾੜੇ ਜੰਗਲਾਂ 'ਚ ਫਿਰਦਾ ਸੀ ਨੰਗੇ ਪੈਰੀਂ, ਸਭ ਕੁਛ ਛੱਡ ਭੇਖ ਧਾਰਿਆ ਸੀ ਰਾਹੀ ਦਾ। ਕਿਤੇ ਹਲਕਾਰੇ ਕੋਲੋਂ ਬੱਚਿਆਂ ਦੇ ਹਾਲ ਪੁੱਛੇ, ਪੁੱਟਦਾ ਸੀ ਜੜ ਬੂਟਾ, ਪੁੱਟਦਾ ਸੀ ਕਾਹੀ ਦਾ। ਉਹ ਕਿਤੇ ਪਰਿਵਾਰ-ਵਾਰ ਸਾਨੂੰ ਪਿਆ ਦੱਸਦਾ ਸੀ, ਇਸ ਤਰ੍ਹਾਂ ਭਾਰ ਸਿਰ ਆਪਣੇ ਤੋਂ ਲਾਹੀਦਾ, ਇਸ ਤਰ੍ਹਾਂ ਭਾਰ ਸਿਰ ਆਪਣੇ ਤੋਂ ਲਾਹੀਦਾ। ਆਵੇ ਨਾ ਸਮਝ ਜਦੋਂ ਪੁੱਛਿਆ ਪਿਆਰ ਨਾਲ, ਬਸ ਇੱਕੋ ਹੀ ਜਵਾਬ ਕੋਮਲ ਆਇਆ ਮਾਹੀ ਦਾ। ਕੀ ਮਹਾਰਾਜ ਕਹਿੰਦੇ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਪਿੰਡ ਚੌਧਰਪੁਰ ਦੀਆਂ ਸੰਗਤਾਂ। ਜਿੰਨੀਆਂ ਕੁ ਸੰਗਤਾਂ ਬਾਪੂ ਦੀ ਗੋਦ ਦੇ ਵਿੱਚ ਜੁੜ ਕੇ ਬੈਠੀਆਂ ਨੇ, ਆਓ ਸਭ ਤੋਂ ਪਹਿਲਾਂ ਬੜੇ ਅਦਬ ਤੇ ਸਤਿਕਾਰ ਦੇ ਨਾਲ ਦੋਨੋਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਫਤਿਹ ਦਾ ਸਿਮਰਨ ਕਰੀਏ। ਕੋਈ ਵੀ ਸਰੀਰ ਸਿਮਰਨ ਤੋਂ ਵਾਂਝਾ ਨਾ ਰਹੇ। ਸਾਰੀਆਂ ਸੰਗਤਾਂ ਜਿੱਥੇ ਜਿੱਥੇ ਵੀ ਮਨ ਬਿਰਤੀਆਂ ਜੋੜ ਕੇ ਬੈਠੀਆਂ, ਮਨ ਇਕਾਗਰ ਕਰਕੇ ਦੋਨੋਂ ਹੱਥ ਜੋੜ ਕੇ ਕਹੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ। ਦੂਰ ਦੂਰ ਤੋਂ ਆਣ ਕੇ ਸੰਗਤਾਂ ਦਾਸ ਦੇ ਨਗਰ ਦੇ ਵਿੱਚ ਚਰਨ ਪਾ ਰਹੀਆਂ। ਬਹੁਤ ਬਹੁਤ ਧੰਨਵਾਦ ਆ ਮੇਰੀਆਂ ਮਾਤਾਵਾਂ ਦਾ, ਮੇਰੀਆਂ ਭੈਣਾਂ ਦਾ, ਮੇਰੇ ਵੀਰਾਂ ਦਾ। ਬਹੁਤ ਬਹੁਤ ਧੰਨਵਾਦ ਆ ਪ੍ਰਬੰਧਕ ਜਨ ਵੀਰਾਂ ਦਾ, ਨਗਰ ਦੇ, ਜਿਨ੍ਹਾਂ ਨੇ ਦਾਸ ਦੇ ਨਿਮਾਣੇ ਦੇ ਜਥੇ ਨੂੰ ਥੋੜਾ ਸਮਾਂ ਦੇ ਕੇ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਹੁਕਮ ਕੀਤਾ। ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਦੀ ਅਰਦਾਸ ਕਰਨੀ ਚਾਹੁੰਦਾ, ਕਿਉਂਕਿ ਸੰਗਤਾਂ ਨੇ ਤਨ ਕਰਕੇ, ਮਨ ਕਰਕੇ, ਧਨ ਕਰਕੇ ਹਿੱਸੇ ਪਾਏ ਨੇ, ਤੇ ਹਰ ਇੱਕ ਦੀ ਮਨ ਦੀ ਭਾਵਨਾਵਾਂ ਹੁੰਦੀ। ਜਿੰਨਾ ਭਾਵਨਾਵਾਂ ਕਰਕੇ ਸੰਗਤਾਂ ਨੇ ਸੱਚੇ ਪਾਤਸ਼ਾਹ ਇਹਨਾਂ ਸਮਾਗਮਾਂ ਦੇ ਵਿੱਚ ਹਿੱਸੇ ਪਾਏ ਨੇ ਨਾ, ਕਿਰਪਾ ਕਰਿਓ ਦਰੋਂ ਕਰੋ ਗੁਰਸਿੱਖੀ ਦੀਆਂ ਦਾਤਾਂ, ਨਾਮ ਦੀਆਂ ਦਾਤਾਂ, ਕਮਾਈਆਂ 'ਚ ਬਰਕਤਾਂ, ਤੰਦਰੁਸਤੀ ਦੇ ਦਾਤਾਂ ਬਖਸ਼ ਕੇ ਨਿਹਾਲ ਕਰਿਓ ਤੇ ਚੜ੍ਹਦੀ ਕਲਾ 'ਚ ਰੱਖਿਓ। ਜਿੱਥੇ ਆਪ ਇੱਥੇ ਬਾਪੂ ਦੀ ਗੋਦ ਦੇ ਵਿੱਚ ਜੁੜ ਕੇ ਬੈਠੇ ਜੇ, ਸਾਡੇ NRI ਨੌਜਵਾਨ ਬਾਹਰ ਦੇ ਦੇਸ਼ ਦੇ ਵਿੱਚ, ਉਹ ਧੰਨ ਕਰਕੇ ਤੇ ਮਨ ਕਰਕੇ ਹਿੱਸੇ ਪਾ ਰਹੇ ਨੇ। ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ, ਭਾਈ ਸਾਹਿਬ ਜੀ, ਨਿਰਵੈਰ TV ਚੈਨਲ ਵਾਲੇ, ਪੂਰੇ ਵਰਲਡ ਦੇ ਵਿੱਚ ਸੰਗਤਾਂ ਦੇ ਦਰਸ਼ਨ ਕਰਾ ਰਹੇ ਨੇ। ਸਾਡੇ ਨਗਰ ਦੇ, ਇਲਾਕੇ ਦੇ, ਨਗਰ ਦੇ ਨੌਜਵਾਨ ਬਾਹਰ ਦੇ ਦੇਸ਼ ਵਿੱਚ ਬੈਠੇ ਹੋਏ ਨੇ। ਉਹ ਆਪਣੇ ਨਗਰ ਦੀਆਂ ਬੱਚੀਆਂ ਦੇ, ਮਾਤਾਵਾਂ ਦੇ, ਭੈਣਾਂ ਦੇ, ਵੀਰਾਂ ਦੇ, ਬਜ਼ੁਰਗਾਂ ਦੇ ਦਰਸ਼ਨ ਕਰ ਰਹੇ ਨੇ। ਆਓ
ਉਹਨਾਂ ਦੀ ਚੜ੍ਹਦੀ ਕਲਾ ਵਾਸਤੇ, ਨਗਰ ਦੀ ਚੜ੍ਹਦੀ ਕਲਾ ਵਾਸਤੇ, ਸੰਗਤ ਦੀ ਚੜ੍ਹਦੀ ਕਲਾ ਵਾਸਤੇ ਮੈਂ ਸਭ ਤੋਂ ਪਹਿਲਾਂ ਅਰਦਾਸ ਕਰਾਂ, ਪਾਤਸ਼ਾਹ ਕਿਰਪਾ ਕਰਿਓ ਜਿਨ੍ਹਾਂ ਭਾਵਨਾਵਾਂ ਕਰਕੇ ਸੰਗਤਾਂ ਨੇ ਹਿੱਸੇ ਪਾਏ ਨੇ ਨਾ, ਮਨ ਦੀਆਂ ਭਾਵਨਾਵਾਂ ਪੂਰੀਆਂ ਕਰਿਓ ਤੇ ਚੜ੍ਹਦੀ ਕਲਾ 'ਚ ਰੱਖਿਓ। ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਜੀ ਜਸਬੀਰ ਸਿੰਘ ਜੀ 200 ਲੱਖ ਦਮੜਾ ਇਤਿਹਾਸ ਨੂੰ ਮਾਣ ਕਰਕੇ ਗਏ ਨੇ। ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦਰੀ ਕਰਦਾ, ਪਾਤਸ਼ਾਹ ਬੱਚਿਆਂ ਦੇ ਉੱਤੇ ਮੇਰਾ ਭਰਿਆ ਹੱਥ ਰੱਖਣਾ, ਹਰ ਮੈਦਾਨੇ ਫਤਿਹ ਬਖਸ਼ਿਸ਼ ਕਰਨੀ ਤੇ ਕਮਾਈਆਂ 'ਚ ਬਰਕਤਾਂ ਪਾਉਣੀਆਂ। ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਜੀ ਰਛਪਾਲ ਸਿੰਘ ਜੀ ਜੋ ਮੇਰੇ ਤੋਂ ਪਹਿਲਾਂ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰ ਰਹੇ ਸਨ, ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ। ਸਾਡੇ ਅਤੀ ਸਤਿਕਾਰਯੋਗ ਪਰਮਜੀਤ ਸਿੰਘ ਜੀ ਲੁਧਿਆਣੇ ਰਹਿੰਦੇ ਨੇ, ਸਾਡੇ ਨਗਰ ਦੇ ਡਿਊਟੀ ਉੱਥੇ ਕਰਦੇ ਨੇ, ਨਾਲ ਰਹਿਣ ਬਸੇਰਾ ਵੀ ਉੱਥੇ ਹੀ ਹੈ। ਚੇਚੇ ਤੌਰ ਦੇ ਉੱਤੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਪਣੇ ਨਗਰ ਦੇ ਵਿੱਚ ਆਏ ਨੇ, ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ। ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਜੀ ਹਰਜਿੰਦਰ ਸਿੰਘ, ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ। ਤਰਸੇਮ ਸਿੰਘ ਜੀ, ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ। ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਜੀ ਜਸਬੀਰ ਸਿੰਘ ਜੀ, ਵਿਸਾਖਾ ਸਿੰਘ ਜੀ, ਸਾਡੇ ਭਾਈਆ ਜੀ, ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ। ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਜੀ ਗੁਰਸ਼ਰਨ ਸਿੰਘ ਜੀ ਜੋ ਪੁਲਿਸ ਦੇ ਵਿੱਚ ਨੌਕਰੀ ਕਰਦੇ ਨੇ, ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ। ਸਾਡੇ ਅਤੀ ਸਤਿਕਾਰਯੋਗ ਵੀਰ ਜੀ ਪਾਲਾ ਜੀ, ਪਾਲ ਸਿੰਘ ਜੀ, ਜੋ ਉਹਨਾਂ ਦੇ ਬੱਚੇ ਆਸਟ੍ਰੇਲੀਆ ਦੇ ਵਿੱਚ, ਉਹ ਭਾਵੇਂ ਫੋਨ ਕਰ ਰਹੇ ਸਨ ਦਾਸ ਦੇ ਜਥੇ ਨੂੰ, ਕਹਿ ਰਹੇ ਸਨ ਕਦੋਂ ਲੱਗਣਾ, ਤੇ ਨਾਲ ਕਹਿੰਦੇ ਸੀ ਚੜ੍ਹਦੀ ਕਲਾ ਵਾਸਤੇ, ਨਗਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਾਇਓ। ਮੈਂ ਸਾਰੀ ਸੰਗਤ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਇੱਕ ਵਾਰੀ, ਕਿਉਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਸਤਿਗੁਰ ਜੀ ਕਿਰਪਾ ਕਰਨ, ਮੈਂ ਸਾਰੇ ਨਗਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਦਰੀ ਕਰਦਾ ਤੇ ਨਾਲ ਹੀ ਆਪ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ, ਜਿੱਥੇ ਜਿੱਥੇ ਵੀ ਸੇਵਾ ਦੇ ਵਿੱਚ ਜੁੜੇ ਬੈਠੇ ਜੀ, ਮਨ ਕਰਕੇ ਭਾਵੇਂ ਤਨ ਕਰਕੇ ਭਾਵੇਂ ਇੱਥੇ ਬੈਠੇ ਰਹੋ, ਮਨ ਜ਼ਰੂਰ ਇਤਿਹਾਸ ਨਾਲ ਜੋੜਨ ਦਾ ਯਤਨ ਕਰਿਓ। ਪਤਾ ਕਿਉਂ, ਪਤਾ ਨਹੀਂ ਕਿਹੜੀ ਗੱਲ ਮਨ ਨੂੰ ਟੁੰਬ ਜਾਣੀ ਹੈ ਤੇ ਕਹਿੰਦੇ ਜੀਵਨ ਬਦਲ ਜਾ ਕਰਦੇ ਨੇ। ਸੋ ਸਤਿਗੁਰ ਜੀ ਕਿਰਪਾ ਕਰਨ, ਬੜੇ ਅਦਬ ਤੇ ਸਤਿਕਾਰ ਦੇ ਨਾਲ ਬਾਪੂ ਦੀ ਗੋਦ ਦੇ ਵਿੱਚ ਬੈਠੀਆਂ ਸੰਗਤਾਂ ਹੁਣ ਤਨ ਕਰਕੇ ਇੱਥੇ ਬੈਠੇ ਰਹੋ ਤੇ ਮਨ ਕਰਕੇ ਚਲੇ ਚਲੀਏ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਜਿਸ ਦਾ ਪਹਿਲਾ ਨਾਮ ਸੀ ਮੱਖੋਵਾਲ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ, ਇਸ ਜ਼ਮੀਨ ਨੂੰ ਮੁੱਲ ਖਰੀਦਿਆ, ਆਪਣੀ ਮਾਤਾ ਨਾਨਕੀ ਦੇ ਨਾਮ ਦੇ ਨਾਂ ਉੱਤੇ ਇੱਥੇ ਨਗਰ ਦਾ ਨਾਮ ਰੱਖਿਆ ਨਾਨਕੀ ਚੱਕ। ਸਮਾਂ ਪਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ, ਇਸ ਪਾਵਨ ਪਵਿੱਤਰ ਧਰਤੀ ਦਾ ਨਾਮ ਪਿਆ ਆਨੰਦਾਂ ਦੀ ਪੁਰੀ, ਅੱਜ ਆਨੰਦਪੁਰ ਸਾਹਿਬ ਹੈ। ਸਾਡੇ ਅਤੀ ਸਤਿਕਾਰਯੋਗ ਲਖਵਿੰਦਰ ਸਿੰਘ ਜੀ 100 ਲੱਖ ਦਮੜਾ ਇਤਿਹਾਸ ਨੂੰ ਮਾਣ ਕਰਕੇ ਗਏ ਨੇ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ, ਬੱਚੀ ਬਾਹਰ ਹੈ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਦਾ, ਕਮਾਈਆਂ 'ਚ ਬਰਕਤਾਂ, ਤੰਦਰੁਸਤੀ ਦਾਤਾਂ ਬਖਸ਼ ਕੇ ਹਾਲ ਕਰੋ ਤੇ ਚੜ੍ਹਦੀ ਕਲਾ 'ਚ ਰੱਖੋ। ਹੋਰ ਮੇਰੇ ਵੀਰ ਜੀ ਨਗਰ ਦੀ ਚੜ੍ਹਦੀ ਕਲਾ ਵਾਸਤੇ, ਸੰਗਤਾਂ ਦੀ ਚੜ੍ਹਦੀ ਕਲਾ ਵਾਸਤੇ 100 ਲੱਖ ਦਮੜਾ ਅਰਦਾਸ ਕਰਾ ਕੇ ਗਏ ਨੇ। ਮਨ ਦੀਆਂ ਭਾਵਨਾਵਾਂ ਮੇਰੇ ਗੁਰਦੇਵ ਪਾਤਸ਼ਾਹ ਜੀ ਆਪ ਜਾਣਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਿਓ ਤੇ ਚੜ੍ਹਦੀ ਕਲਾ ਦੇ ਵਿੱਚ ਰੱਖਿਓ। ਸਾਡੇ ਅਤੀ ਸਤਿਕਾਰਯੋਗ ਸਾਡੇ ਗਵਾਂਢੀ ਧਿਆਨ ਚੰਦ ਜੀ, ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਸਤਿਕਾਰ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ, ਮਨ ਦੀਆਂ ਭਾਵਨਾਵਾਂ ਪੂਰੀਆਂ ਕਰਿਓ ਤੇ ਚੜ੍ਹਦੀ ਕਲਾ 'ਚ ਰੱਖਿਓ। ਹੋਰ ਵੀ ਬੇਅੰਤ ਸੰਗਤਾਂ ਦਰਬਾਰ ਦੇ ਵਿੱਚ ਆ ਰਹੀਆਂ ਨੇ, ਮੇਰੀਆਂ ਬੱਚੀਆਂ, ਮੇਰੀਆਂ ਮਾਤਾਵਾਂ, ਮੇਰੀਆਂ ਭੈਣਾਂ, ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆ ਰਿਹਾ। ਸੋ ਸਤਿਗੁਰ ਜੀ ਕਿਰਪਾ ਕਰਨ, ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖਿਓ। ਆਕਾਸ਼ਦੀਪ ਸਿੰਘ ਜੀ ਦੀ ਚੜ੍ਹਦੀ ਕਲਾ ਵਾਸਤੇ ਭਾਈ ਸਾਹਿਬ ਜੀ ਅਰਦਾਸ ਕਰਾ ਕੇ ਗਏ ਨੇ। ਸਾਡੇ ਅਤੀ ਸਤਿਕਾਰਯੋਗ ਮਾਸਟਰ ਮਨਜੀਤ ਸਿੰਘ ਜੀ ਲੋਧੀਪੁਰ ਤੋਂ ਸੰਗਤਾਂ ਆਈਆਂ ਨੇ, ਨਾਲ ਬੱਚੇ ਲੈ ਕੇ ਆਏ ਨੇ। ਸਾਡੇ ਅਤੀ ਸਤਿਕਾਰਯੋਗ ਗੁਰਸੇਵਕ ਸਿੰਘ ਜੀ ਦੇ ਮਾਮਾ ਜੀ ਨੇ, ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਹੋ ਰਿਹਾ। ਮੈਂ ਸਾਰੇ ਨਗਰ ਦੀ ਚੜ੍ਹਦੀ ਕਲਾ ਵਾਸਤੇ, ਸੰਗਤਾਂ ਦੇ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ, ਸੱਚੇ ਪਾਤਸ਼ਾਹ ਜੀ ਹਰ ਇੱਕ ਦੀਆਂ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਿਓ ਤੇ ਚੜ੍ਹਦੀ ਕਲਾ 'ਚ ਰੱਖਿਓ। ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਮੇਰੇ ਗੁਰਦੇਵ ਪਾਤਸ਼ਾਹ ਜੀ ਨੇ ਚਰਨ ਪਾਏ ਤੇ ਪਾਵਨ ਪਵਿੱਤਰ ਸਥਾਨ ਦਾ ਨਾਮ ਪੈ ਗਿਆ ਆਨੰਦਾਂ ਦੀ ਪੁਰੀ। ਸਾਡੇ ਅਤੀ ਸਤਿਕਾਰਯੋਗ ਸਾਡੇ ਵੀਰ ਜੀ ਪਾਲ ਸਿੰਘ ਜੀ ਗੱਡੀਆਂ ਵਾਲੇ, ਉਹਨਾਂ ਦੇ ਭਾਈਆ ਜੀ ਵੱਲੋਂ 500 ਲੱਖ ਦਮੜਾ ਇਤਿਹਾਸ ਨੂੰ ਮਾਣ ਹੋਇਆ। ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ, ਪਾਤਸ਼ਾਹ ਕਿਰਪਾ ਕਰਿਓ, ਬੱਚਿਆਂ ਦੇ ਉੱਤੇ ਮੇਰਾ ਭਰਿਆ ਹੱਥ ਰੱਖਿਓ, ਕਮਾਈਆਂ 'ਚ ਬਰਕਤਾਂ ਪਾਇਓ, ਤੰਦਰੁਸਤੀ ਦੇ ਦਾਤਾਂ ਬਖਸ਼ਿਸ਼ ਕਰਿਓ ਤੇ ਚੜ੍ਹਦੀ ਕਲਾ 'ਚ ਰੱਖਿਓ। ਸਾਡੇ ਅਤੀ ਸਤਿਕਾਰਯੋਗ ਪਾਲ ਸਿੰਘ ਦੇ ਛੋਟੇ ਬ੍ਰਦਰ ਹਰਪਾਲ ਸਿੰਘ ਜੀ,
ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ ਹੈ। ਸਾਡੇ ਅਤੀ ਸਤਿਕਾਰਯੋਗ ਕੈਪਟਨ ਹਰਪਾਲ ਸਿੰਘ ਜੀ, ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ ਹੈ। ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹਾਂ, ਸਾਡੇ ਸਰਨਾਮੀਆਂ ਜੀ ਸੁਲੱਖਣ ਸਿੰਘ ਜੀ, ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ ਹੈ। ਮਾਸਟਰ ਜਸਵਿੰਦਰ ਸਿੰਘ ਜੀ ਜੋ ਦਾਸ ਦੇ ਨਿਮਾਣੇ ਦੇ ਜਥੇ ਨੂੰ ਹਰ ਸਾਲ ਹੁਕਮ ਕਰਦੇ ਨੇ, ਇਉਂ ਕਹਿ ਦਈਏ ਕਿ ਭਾਈ ਸਾਹਿਬ ਹੁਣਾਂ ਨੇ ਦਾਸ ਦੇ ਨਿਮਾਣੇ ਦੇ ਜਥੇ ਨੂੰ ਉਂਗਲੀ ਫੜ ਕੇ ਤੋਰਿਆ ਸੀ। ਅੱਜ ਅਸੀਂ ਦੂਰ ਦੂਰ ਤੱਕ ਸੰਗਤਾਂ ਦੇ ਦਰਸ਼ਨ ਕਰ ਰਹੇ ਹਾਂ, ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ ਹੈ। ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹਾਂ, ਕਿਰਪਾ ਕਰਿਓ ਸੱਚੇ ਪਾਤਸ਼ਾਹ ਜੀ ਪ੍ਰਬੰਧਕ ਜਨ ਵੀਰਾਂ ਨੂੰ, ਨਗਰ ਦੇ ਵੀਰਾਂ ਨੂੰ, ਇਲਾਕੇ ਦੇ ਵੀਰਾਂ ਨੂੰ ਚੜ੍ਹਦੀ ਕਲਾ 'ਚ ਰੱਖਿਓ। ਸਾਡੇ ਅਤੀ ਸਤਿਕਾਰਯੋਗ ਮੇਰਾ ਛੋਟਾ ਵੀਰ ਸਿੱਧਵਾਂ ਤੋਂ ਹਰਭਜਨ ਸਿੰਘ ਬੇਟਾ ਰਾਜਾ ਜੀ, ਜੋ ਆਪ ਕੀਰਤਨੀਏ ਨੇ, ਬਿਜਲੀ ਬੋਰਡ ਦੇ ਵਿੱਚ ਮੇਰਾ ਵੀਰ ਡਿਊਟੀ ਕਰਦਾ ਹਰਭਜਨ ਸਿੰਘ, ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ। ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹਾਂ, ਪਾਤਸ਼ਾਹ ਕਿਰਪਾ ਕਰਿਓ, ਮਨ ਦੀਆਂ ਭਾਵਨਾਵਾਂ ਪੂਰੀਆਂ ਕਰਿਓ ਤੇ ਚੜ੍ਹਦੀ ਕਲਾ 'ਚ ਰੱਖਿਓ। ਮਨ ਬਿਰਤੀਆਂ ਲੈ ਚੱਲੀਏ ਅਨੰਦਪੁਰ ਸਾਹਿਬ ਦੀ ਧਰਤੀ ਤੇ। ਮਹਾਰਾਜ ਨੇ ਚਰਨ ਪਾਏ, ਨੰਦਾਂ ਦੀ ਪੁਰੀ ਨਾਮ ਪਿਆ। ਗੁਰਦੇਵ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ 5 ਕਿਲਿਆਂ ਦੀ ਉਸਾਰੀ ਹੋਈ। ਕਿਲਾ ਲੋਹਗੜ੍ਹ, ਕਿਲਾ ਨਰਮੋਹਗੜ੍ਹ, ਕਿਲਾ ਹੋਲਗੜ੍ਹ, ਕਿਲਾ ਆਨੰਦਗੜ੍ਹ ਤੇ ਕਿਲਾ ਕੇਸਗੜ੍ਹ ਸਾਹਿਬ, 5 ਕਿਲਿਆਂ ਮੇਰੇ ਗੁਰਦੇਵ ਪਾਤਸ਼ਾਹ ਜੀ ਨੇ ਉਸਾਰੀ ਕਰਵਾਈ। ਉਸ ਤੋਂ ਉਪਰੰਤ ਮੇਰੇ ਗੁਰਦੇਵ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। 1999 ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਹੁੰਦੀ ਹੈ। ਫਿਰ ਗੁਰਦੇਵ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਇੱਕ ਧੌਂਸਾ ਮੜਵਾਇਆ ਜਾਂਦਾ ਹੈ। ਜਦੋਂ ਧੌਂਸਾ ਮੜ ਕੇ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆਇਆ ਨਾ, ਤੇ ਗੁਰਦੇਵ ਪਾਤਸ਼ਾਹ ਜੀ ਨੇ ਬੱਬਰ ਸ਼ੇਰਾਂ ਨੂੰ ਹੁਕਮ ਕੀਤਾ ਹੈ ਕਿ ਘੋੜਿਆਂ ਦੇ ਉੱਤੇ ਅਸਵਾਰ ਹੋ, ਘੋੜਿਆਂ ਤੇ ਅਸਵਾਰ ਹੋ ਕੇ ਧੌਂਸਿਆਂ ਦੇ ਉੱਤੇ ਕੜਾ ਕਰ 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 ਕਰਕੇ ਉੱਤੇ ਨਗਾਰਿਆਂ ਦੇ ਉੱਤੇ ਚੋਟਾਂ ਲਾਓ। ਬੱਬਰ ਸ਼ੇਰ ਘੋੜਿਆਂ ਦੇ ਉੱਤੇ ਸਵਾਰ ਹੋਏ, ਲੈ ਕੇ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਨਾਮ। ਜਦੋਂ ਉਹਨਾਂ ਨੇ ਕੜਾ ਕਰ 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 ਕਰਕੇ ਮਾਰੀਆਂ ਧੌਂਸਿਆਂ ਦੇ ਉੱਤੇ ਚੋਟਾਂ, ਧਰਤੀ ਤੇ ਅਸਮਾਨ ਦੇ ਵਿੱਚ ਗੂੰਜਾਂ ਪੈ ਗਈਆਂ। ਜਦੋਂ ਧਰਤੀ ਤੇ ਅਸਮਾਨ ਦੇ ਵਿੱਚ ਗੂੰਜਾਂ ਪੈ ਗਈਆਂ, ਉਧਰ 22 ਸਟੇਟ ਦੇ ਰਾਜੇ, ਪਹਾੜੀ ਰਾਜੇ ਥੜ 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 ਕੰਬੇ। ਜਦੋਂ ਪਹਾੜੀ ਰਾਜੇ ਕੰਬੇ ਨਾ, ਉਹਨਾਂ ਦੇ ਵਿੱਚੋਂ ਬਿਲਾਸਪੁਰ ਦਾ ਰਹਿਣ ਵਾਲਾ ਰਾਜਾ ਭੀਮ ਚੰਦ ਸੀ, ਜਿਹੜਾ ਸਭ ਤੋਂ ਤਗੜਾ ਰਾਜਾ ਸੀ। ਉਸਨੇ 22 ਸਟੇਟ ਦੇ ਰਾਜੇ ਇਕੱਠੇ ਕਰ ਲਏ ਤੇ ਇੱਕ ਮੀਟਿੰਗ ਬੁਲਾਈ। ਕਹਿੰਦੇ ਰਾਜੇ ਭੀਮ ਚੰਦ ਨੇ ਇੱਕ ਮੀਟਿੰਗ ਲਈ ਬੁਲਾ। ਉਹਨੇ ਦੱਸਿਆ 10ਵੇਂ ਗੁਰਾਂ ਨੇ ਲਿਆ ਆਨੰਦਪੁਰ ਸ਼ਹਿਰ ਵਸਾ, ਉਥੇ ਕਿਲੇ ਉਸਾਰੇ ਉਸਨੇ, ਲਈ ਤਗੜੀ ਫੌਜ ਬਣਾ। ਜੇ ਅੱਜ ਨਾ ਉਸ ਨੂੰ ਰੋਕਿਆ ਸਾਡਾ ਔਖਾ ਹੋ ਜੂ ਰਾਹ, ਹੁਣ ਇਕੱਠੇ ਹੋ ਕੇ ਅਸੀਂ ਵੀ ਦਈਏ ਉਸ ਦੀ ਅਣਖ ਮੁਕਾ। ਜਦੋਂ ਰਾਜੇ ਭੀਮ ਚੰਦ ਨੇ ਇਹ ਤਕਰੀਰ ਕੀਤੀ ਨਾ, ਤੇ ਜਸਵਾਲ ਦਾ ਰਹਿਣ ਵਾਲਾ ਰਾਜਾ ਕੇਸਰੀ ਚੰਦ ਉੱਠ ਕੇ ਖੜਾ ਹੋ ਗਿਆ, ਲੱਗਾ ਤਕਰੀਰ ਕਰਨ। ਗੁਰਦੇਵ ਪਾਤਸ਼ਾਹ ਜੀ ਦੇ ਪਰਥਾਏ ਲੱਗਾ ਮੂੰਹ ਦੇ ਵਿੱਚੋਂ ਅੱਗ ਗਲਸ਼ਣ। ਕਹਿੰਦਾ ਰਾਜਿਓ, ਮੇਰੇ ਕੋਲ ਖੂਨੀ ਹਾਥੀ ਬੜਾ ਬਲਵਾਨ ਹੈ, 10-12 ਸ਼ੇਰਾਂ ਜਿੰਨੀ ਕੱਲੇ ਵਿੱਚ ਜਾਣ ਹੈ। ਹਾਥੀ ਤੇ ਮੈਂ ਮੱਥੇ ਉੱਤੇ ਤਵੀਆਂ ਮੈਂ ਬੰਨ ਕੇ, ਮੱਟ ਮੈਂ ਸ਼ਰਾਬ ਦਾ ਪਿਆਉਂ ਪਹਿਲਾਂ ਤੁੰਨ ਕੇ, ਫੌਜਾਂ ਲੈ ਕੇ ਸਿੱਧਾ ਸ਼੍ਰੀ ਅਨੰਦਪੁਰ ਜਾਊਂਗਾ, ਮਾਰ ਕੇ ਟੱਕਰ ਪਹਿਲਾਂ ਦਰਵਾਜ਼ਾ ਤੜਵਾਉਂਗਾ, ਫੌਜਾਂ ਤਾਈਂ ਚਾੜ ਕੇ ਕਿਲੇ ਅੰਦਰ ਵਾੜ ਕੇ ਮੁੜੂੰਗਾ ਮੈਂ ਉਥੋਂ ਕੱਲਾ ਕੱਲਾ ਸਿੰਘ ਮਾਰ ਕੇ 10ਵੇਂ ਗੁਰੂ ਦਾ ਸਿਰ ਵੱਢ ਕੇ ਲਿਆਉਂਗਾ, ਉਹਨਾਂ ਚਿਰ ਤੱਕ ਮੂੰਹ ਵਿੱਚ ਅੰਨ ਵੀ ਨਾ ਪਾਉਂਗਾ। ਜਦੋਂ ਇਹ ਤਕਰੀਰ ਕੀਤੀ ਨਾ, ਜਸਵਾਲ ਦੇ ਰਹਿਣ ਵਾਲੇ ਕੇਸਰੀ ਚੰਦ ਨੇ ਤੇ ਭੀਮ ਚੰਦ ਰਾਜਾ ਬੜਾ ਖੁਸ਼ ਹੋਇਆ। ਖੁਸ਼ ਹੋ ਕੇ ਕਹਿਣ ਲੱਗਾ, ਕਹਿੰਦੇ ਪਹਾੜੀਓ ਵੇਲਾ ਕਿਹੜਾ ਵੇਖਦੇ ਜੇ, ਫਿਰ ਹਮਲੇ ਦੀਆਂ ਤਿਆਰੀਆਂ ਕਰੋ। ਜਦੋਂ ਇਧਰ ਪਹਾੜੀ ਰਾਜੇ ਹਮਲੇ ਦੀਆਂ ਤਿਆਰੀਆਂ ਕਰਨ ਲੱਗੇ ਨਾ, ਉਧਰੋਂ ਇੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਭੇਜਿਆ ਹੋਇਆ ਸੂਹੀਆ ਉਹ ਅਨੰਦਪੁਰ ਸਾਹਿਬ ਪਹੁੰਚ ਗਿਆ। ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਤਖਤ ਤੇ ਬਿਰਾਜਮਾਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸ਼ੋਭਾ ਪਾ ਰਹੇ ਸੀ। ਜਿਸ ਤਰ੍ਹਾਂ ਤੁਸੀਂ ਦੀਵਾਨਾਂ ਦੇ ਵਿੱਚ ਬੈਠੇ ਹੋਏ ਜੇ, ਇਸੇ ਤਰ੍ਹਾਂ ਦੂਰ ਦੂਰ ਤੋਂ ਆਣ ਕੇ ਸੰਗਤਾਂ ਨਤਮਸਤਕ ਹੋ ਰਹੀਆਂ ਤੇ ਸੱਜਿਆ ਹੋਇਆ ਦਰਬਾਰ ਹੈ। ਸੱਜੇ ਹੋਏ ਦਰਬਾਰ ਦੇ ਵਿੱਚ ਸੂਹੀਏ ਨੇ ਆ ਕੇ ਟੇਕ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੱਥਾ ਦੋਨੋਂ ਹੱਥ ਜੋੜ ਕੇ ਅੱਗੇ ਖੜ ਕੇ ਇੱਕ ਰਿਕਵੈਸਟ, ਇੱਕ ਬੇਨਤੀ, ਇੱਕ ਜੋਦੜੀ ਹੈ ਇਉਂ ਕੀਤੀ ਹੈ।
दसिया दसवें गुरां नूं सुइए दसिया दसवें गुरां नूं आके गज के फटे बुला कहंदा राजे केसरी चंद ने राजे केसरी चंद ने एक रही स्कीम बना ओने खूनी हाथी पा लिया ओने खूनी हाथी पा लिया ते शराब पला ओदे मथे तवियां बद्दियां मथे तवियां बद्दियां सुंड विच दित्ती तेग फड़ा हो कहंदा लोहगढ़ किले नूं ओह कहंदा लोहगढ़ किले नूं ਉਹ ਕਹਿੰਦਾ ਲੋਹਗੜ੍ਹ ਕਿਲੇ ਨੂੰ ਹੁਣ ਕਰ ਦੂੰ ਮੈਂ ਤਬਾਹ ਨਾਲੇ ਦਸਵੇਂ ਗੁਰੂ ਦਸਮੇਸ਼ ਦਾ ਸਿਰ ਦਊਂ ਤੇਗ ਨਾਲ ਲਾ ਮੈਂ ਦੱਸਣ ਆਇਆ ਆਪ ਨੂੰ ਉਹਦਾ ਕਰ ਲੋ ਕੋਈ ਉਪਾਅ ਮੈਂ ਦੱਸਣ ਆਇਆ ਆਪ ਨੂੰ ਉਹਦਾ ਕਰ ਲੋ ਕੋਈ ਉਪਾਅ ਚੌਧਰਪੁਰੀਆ ਦਸਵੇਂ ਗੁਰੂ ਜੀ दसवें गुरु जी गए भी रस विच आ गए भी रस विच आ गए भी रस विच आ बड़े अदब ते सत्कार दे नाल दूरों दूरों आण के संगतां साडे नगर दे विच चरण पा रहीआं नाल नाल इतिहास नूं मान करके जा रहीआं साडे अति सत्कारयोग सिंह साहब भाई साहब जी गुरमुख सिंह जी उन्हां वल्लों 100 ਲੱਖ दमड़ा ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਭਾਈ ਸਾਹਿਬ ਜੀ ਕੁਲਵਿੰਦਰ ਸਿੰਘ ਜੀ ਉਹਨਾਂ ਵੱਲੋਂ ਵੀ 100 ਲੱਖ ਦਮੜਾ ਅਰਦਾਸੇ ਆਇਆ ਸਾਡੇ ਅਤੀ ਸਤਿਕਾਰਯੋਗ ਪਰਮਜੀਤ ਸਿੰਘ ਜੀ ਸਿੰਘ ਸਾਹਿਬ ਜੀ ਪੰਜਾਂ ਪਿਆਰਿਆਂ ਦੇ ਵਿੱਚ ਸੇਵਾ ਨਿਭਾ ਰਹੇ ਨੇ ਉਹਨਾਂ ਵੱਲੋਂ ਵੀ 100 ਲੱਖ ਦਮੜਾ ਨਾਲ ਨਾਲ ਉਹ ਕਹਿੰਦੇ ਬੇਨਤੀ ਕਰਦੇ ਹੋ ਕਿ ਅਸੀਂ ਗਤਕੇ ਦੀ ਸਿਖਲਾਈ ਦਿੰਦੇ ਹਾਂ ਬਾਜਾਂ ਵਾਲੇ ਦੀ ਫੌਜ ਹੈ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਜੀ ਰਸਪਾਲ ਸਿੰਘ ਜੀ ਜਈ ਸਾਹਿਬ ਜਿਨ੍ਹਾਂ ਨੇ ਸਾਡੇ ਤੋਂ ਪਹਿਲਾਂ ਆਪ ਸਿੱਖ ਸੰਗਤਾਂ ਦੇ ਦਰਸ਼ਨ ਕੀਤੇ ਨੇ 500 ਲੱਖ ਦਮੜਾ ਇਤਿਹਾਸ ਨੂੰ ਮਾਨ ਕਰਕੇ ਗਏ ਨੇ ਬਾਬਾ ਨਿਸ਼ਾਨ ਸਿੰਘ ਜੀ ਬਾਪੂ ਦੀ ਗੋਦ ਦੇ ਵਿੱਚ ਜੁੜ ਕੇ ਬੈਠੇ ਨੇ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ ਮਾਸਟਰ ਜਸਵਿੰਦਰ ਸਿੰਘ ਜੀ ਦੇ ਛੋਟੇ ਬ੍ਰਦਰ ਮਾਸਟਰ ਬਲਵਿੰਦਰ ਸਿੰਘ ਜੀ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ ਦੂਰ ਦੂਰ ਤੋਂ ਸੰਗਤਾਂ ਜਫਰਵਾਲ ਦੀਆਂ ਆ ਕੇ ਇਲਾਕੇ ਦੀਆਂ ਸੰਗਤਾਂ ਆ ਕੇ ਇਤਿਹਾਸ ਨੂੰ ਮਾਨ ਕਰ ਰਹੀਆਂ ਮੈਂ ਸਾਰੀ ਸੰਗਤ ਦੀ ਅਰਦਾਸ ਬੇਨਤੀ ਜੋਦਰੀ ਕਰਦਾ ਜਾਵਾਂ ਸੱਚੇ ਪਾਤਸ਼ਾਹ ਕਿਰਪਾ ਕਰਿਓ ਜਿੰਨਾ ਭਾਵਨਾਵਾਂ ਕਰਕੇ ਸੰਗਤਾਂ ਬੜੇ ਅਦਬ ਤੇ ਸਤਿਕਾਰ ਦੇ ਨਾਲ ਸਤਿਗੁਰਾਂ ਨੂੰ ਨਤਮਸਤਕ ਹੋ ਰਹੀਆਂ ਇਤਿਹਾਸ ਨੂੰ ਸਰਵਣ ਕਰ ਰਹੀਆਂ ਕਿਰਪਾ ਕਰਿਓ ਦਰੋ ਕਰੋ ਗੁਰ ਸਿੱਖੀ ਦੀਆਂ ਦਾਤਾਂ ਨਾਮ ਦੀਆਂ ਦਾਤਾਂ ਕਮਾਈਆਂ 'ਚ ਬਰਕਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਿਓ ਤੇ ਚੜ੍ਹਦੀ ਕਲਾ 'ਚ ਰੱਖਿਓ ਇੱਕ ਵਾਰੀ ਸਾਰੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਸਾਰੀ ਸੰਗਤ ਗੱਜ ਵੱਜ ਕੇ ਕਿਉ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਨ ਬਿਰਤੀਆਂ ਲੈ ਚੱਲੀਏ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤਖਤ ਤੇ ਬਿਰਾਜਮਾਨ ਸੋਭਾ ਪਾ ਰਹੇ ਨੇ ਪਹਾੜੀਆਂ ਦੇ ਕੋਲੋਂ ਸੂਹ ਲੈ ਕੇ
ਸਤਿਗੁਰਾਂ ਦਾ ਸਿੱਖ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚ ਗਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਟੇਕ ਕੇ ਮੱਥਾ, ਦੋਨੋਂ ਹੱਥ ਜੋੜ ਕੇ ਬੜੇ ਅਦਬ ਤੇ ਸਤਿਕਾਰ ਦੇ ਨਾਲ ਇੱਕ ਰਿਕਵੈਸਟ, ਇੱਕ ਬੇਨਤੀ, ਇੱਕ ਜੋਦੜੀ ਕਰਦਾ। ਗੁਰੂ ਦਰਬਾਰ ਵਿੱਚ ਸੂਈਆ ਕਹਿੰਦਾ ਆਣ ਕੇ ਦੱਸਦਾ ਰਿਪੋਰਟ ਉਤੇ ਚੰਗੀ ਤਰ੍ਹਾਂ ਛਾਣ ਕੇ, ਮਹਾਰਾਜ ਉਹ 22 ਧਰ ਰਾਜਿਆਂ ਨੇ ਕਰ ਲਈ ਸਲਾਹ ਏ ਤੇ ਲੋਹਗੜ੍ਹ ਕਿਲਾ ਕਹਿੰਦੇ ਕਰਨਾ ਤਬਾਹ ਏ। ਮਹਾਰਾਜ ਕੱਲ ਦਿਨ ਚੜ੍ਹਦੇ ਨੂੰ ਫੌਜਾਂ ਚੜ ਆਉਣਾ ਏ, ਇਕੱਠੇ ਹੋ ਕੇ ਰਾਜਿਆਂ ਨੇ ਹਮਲਾ ਕਰਾਉਣਾ ਏ। ਹਮਲੇ ਲਈ ਖੂਨੀ ਹਾਥੀ ਕੀਤਾ ਏ ਤਿਆਰ ਏ ਤੇ ਕੇਸਰੀ ਚੰਦ ਰਾਜਾ ਉੱਤੇ ਹੋਣਾ ਏ ਸਵਾਰ। ਹਾਥੀ ਦੇ ਮੱਥੇ ਉੱਤੇ ਤਵੀਆਂ ਨੇ ਬੱਧੀਆਂ, 22 ਨੇ ਸਟੇਟਾਂ ਦੀਆਂ ਫੌਜਾਂ ਉਹਨਾਂ ਸਦੀਆਂ। ਆ ਸੁੰਡ ਨਾਲ ਤੇਗ ਬੰਨ ਹਾਥੀ ਨੂੰ ਪੜਾਇਆ ਏ ਤੇ ਮਟਕਾ ਸ਼ਰਾਬ ਦਾ ਉਹਨਾਂ ਹਾਥੀ ਨੂੰ ਪਿਲਾਇਆ ਏ। ਅੰਨਾ ਹੋ ਕੇ ਹਾਥੀ ਜਦੋਂ ਕਿਲੇ ਵੱਲ ਆਊਗਾ, ਆ ਦੱਸਿਓ ਹਾਂ ਕਿ ਭਲਾ ਮਹਾਰਾਜ ਹਾਥੀ ਨਾਲ ਕਿਹੜਾ ਲੜ ਪਾਊਗਾ। ਮਹਾਰਾਜ ਸ਼ਰਾਬ ਨਾਲ ਰੱਜਿਆ ਤੇ ਬੰਦਾ ਨਹੀਂ ਮਾਣ ਹੁੰਦਾ, ਆ ਦੱਸਿਓ ਭਲਾ ਹਾਥੀ ਨਾਲ ਕਿਹੜਾ ਲੜ ਪਾਊਗਾ। ਕਹਿੰਦੇ ਬੈਠ ਗਿਆ ਸੂਈਆ ਜਦੋਂ ਗੱਲ ਸਾਰੀ ਦੱਸ ਕੇ, ਕਹਿੰਦੇ ਫਿਰ ਬੋਲੇ ਦਸ਼ਮੇਸ਼ ਪਿਤਾ ਨਿਮਾਕ ਜਿੰਨਾ ਹੱਸ ਕੇ। ਮਹਾਰਾਜ ਕਹਿੰਦੇ ਹਾਥੀ ਨਾਲ ਹੁਣ ਅਸੀਂ ਹਾਥੀ ਨੂੰ ਲੜਾਵਾਂਗੇ, ਗਿੱਦੜਾਂ ਦੇ ਵਾਂਗੂ ਉਸ ਹਾਥੀ ਨੂੰ ਭਜਾਵਾਂਗੇ। ਆ ਸਾਡੇ ਕੋਲ ਦੁਨੀ ਚੰਦ ਹਾਥੀ ਜਿਹਾ ਸਰੀਰ ਏ, ਖੋਏ ਵਾਲੀ ਲੰਗਰਾਂ ਚੋਂ ਖਾਂਦਾ ਰੋਜ਼ ਖੀਰ ਏ, ਸਿਰ ਇਹਦਾ ਏਦਾਂ ਜਿੱਦਾਂ ਰੋਹ ਵਾਲਾ